ਅਕਾਲੀ ਆਗੂ ਬਿਕਰਮ ਮਜੀਠੀਆ ਵੱਲੋਂ ਸੂਬੇ ਵਿੱਚ ਵੱਡੇ ਬੀਮਾ ਘੁਟਾਲੇ ਦੇ ਇਲਜ਼ਾਮ ਲਗਾਏ ਗਏ ਨੇ। ਜੀ ਹਾਂ, ਇਸ ਤੋਂ ਪਹਿਲਾਂ ਸ਼ਰਾਬ ਘੁਟਾਲਾ, ਬੀਜ ਘੁਟਾਲਾ, ਇਹ ਸਾਰੇ ਇਲਜ਼ਾਮਾਂ ਵਿੱਚ ਸਰਕਾਰ ਘਿਰੀ ਹੋਈ ਸੀ। ਹੁਣ ਨਵਾਂ ਇਲਜ਼ਾਮ ਜਿਹੜਾ ਲੱਗਿਆ ਉਹ ਹੈ ਬੀਮਾ ਘੁਟਾਲੇ ਦਾ। ਬਿਕਰਮ ਮਜੀਠੀਆ ਦਾ ਇਹ ਕਹਿਣਾ ਹੈ ਕਿ ਕਰੋਨਾ ਖਿਲਾਫ ਜੰਗ ਲੜ ਰਹੇ ਮੁਲਾਜ਼ਮਾਂ ਦੇ ਲਈ ਬੀਮਾ ਕਰਵਾਉਣ ਦੇ ਨਾਂ ਤੇ ਕਰੋੜਾਂ ਦਾ ਘੁਟਾਲਾ ਕੀਤਾ ਗਿਆ। ਇਹ ਮੁਲਾਜ਼ਮ ਜਿਹੜੇ ਨੇ ਉਹ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੇ ਸਹਿਕਾਰਤਾ ਮੰਤਰਾਲੇ ਨਾਲ ਜੁੜੇ ਹੋਏ ਨੇ, ਜਿਨ੍ਹਾਂ ਦੇ ਲਈ ਇਹ ਬੀਮਾ ਕਰਵਾਇਆ ਜਾਣਾ ਸੀ। ਇਸ ਕਰਕੇ ਸਿੱਧੇ ਤਾਰ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨਾਲ ਜੁੜਦੇ ਨੇ। ਉਹਨਾਂ ਕਿਹਾ ਕਿ ਟੈਂਡਰ ਪ੍ਰਕਿਰਿਆ ਦੇ ਵਿੱਚ ਨਿਯਮਾਂ ਨੂੰ ਛਿੱਕੇ ਢੰਗ ਕੇ ਇੱਕ ਸਿੰਗਲ ਬਿਡ ਯਾਨੀ ਇਕਲੌਤੇ ਟੈਂਡਰ ਆਉਣ ਦੇ ਬਾਵਜੂਦ ਕੋਡ ਡਿਜਿਟ ਨਾਂ ਦੀ ਇੱਕ ਅਣਜਾਣ ਜਿਹੀ ਕੰਪਨੀ ਦੀ ਚੋਣ ਕੀਤੀ ਗਈ ਅਤੇ ਇਹਨਾਂ ਦੇ ਲਈ ਟੈਂਡਰ ਪਾਸ ਕਰਕੇ ਇਹਨਾਂ ਨੂੰ ਠੇਕਾ ਦੇ ਦਿੱਤਾ ਗਿਆ। ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੇ ਸਹਿਕਾਰਤਾ ਮੰਤਰਾਲੇ ਵੱਲੋਂ ਇਹ ਟੈਂਡਰ ਕੱਢੇ ਗਏ ਸਨ। ਉਹਨਾਂ ਕਿਹਾ ਕਿ ਰੰਧਾਵਾ ਵੱਲੋਂ ਇੱਕ ਹੀ ਟੈਂਡਰ ਆਉਣ ਦੇ ਬਾਵਜੂਦ ਇਹ ਕੰਪਨੀ ਨੂੰ ਠੇਕਾ ਦੇਣ ਦੀ ਸਿਫਾਰਿਸ਼ ਕੀਤੀ ਗਈ, ਜਦੋਂ ਕਿ ਨਿਯਮ ਕਹਿੰਦੇ ਨੇ ਕਿ ਅਗਰ ਇੱਕ ਹੀ ਟੈਂਡਰ ਆਉਂਦਾ ਹੈ ਤਾਂ ਟੈਕਨੀਕਲ ਬਿਡ ਖੋਲੀ ਨਹੀਂ ਜਾ ਸਕਦੀ, ਉਸ ਨੂੰ ਦੁਬਾਰਾ ਬਿਡਿੰਗ ਵਿੱਚ ਪਾਉਣਾ ਪੈਂਦਾ, ਦੁਬਾਰਾ ਉਸ ਦੀ ਬੋਲੀ ਲਵਾਉਣੀ ਪੈਂਦੀ ਹੈ, ਟੈਂਡਰ ਮੰਗਵਾਉਣੇ ਪੈਂਦੇ ਨੇ। ਪਰ ਅਜਿਹਾ ਕੁਝ ਨਹੀਂ ਕੀਤਾ ਗਿਆ, ਕਿਉਂਕਿ ਇਸ ਦੇ ਪਿੱਛੇ ਕਰਨਾ ਇਹ ਸੀ ਕਿ ਇੱਕ ਬੀਮਾ ਕੰਪਨੀ ਨੂੰ ਫਾਇਦਾ ਪਹੁੰਚਾਉਣਾ ਸੀ, ਕਰੋੜਾਂ ਰੁਪਏ ਦੇਣੇ ਸੀ। ਇਸ ਕਰਕੇ ਜਾਣਬੁੱਝ ਕੇ ਇਹ ਸਭ ਕੁਝ ਕੀਤਾ ਗਿਆ। उन्होंने कहा कि बीमा खेत्र में कंपनी को तजर्बा होना चाहिए, उसको इंफ्रास्ट्रक्चर होना चाहिए। इस सब भी इग्नोर किया गया और गोड डिजिट नाम की कंपनी जी है, जी अनजान कंपनी है, जी बीमा कंपनी बीमा खेत्र में कोई नाम नहीं रखती, उसनों ये टेंडर जोड़े ने जानबूझ के फायदा पहुँचाने दिते गए। गंभीर इल्जाम लगाए गए। ये कहा गया कि मामले की जाँच होवे और नाल ही फौजदारी मुकदमा दर्ज किया जाए और ਜਿਹੜੇ ਘੁਟਾਲਾ ਸਰਕਾਰੀ ਖਜ਼ਾਨੇ ਨੂੰ ਚੂਨਾ ਲੱਗਿਆ ਉਸ ਦੀ ਪੈਸਿਆਂ ਦੀ ਵਾਪਸੀ ਕੀਤੀ ਜਾਏ। ਇੱਕ ਕੈਬਨਿਟ ਦੀ ਮੀਟਿੰਗ ਹੋਈ ਜਿਸ 'ਚ ਕਿਹਾ ਗਿਆ ਕਿ ਜੇ ਕਿਸੇ ਦੀ ਵੀ ਡੈਥ ਹੁੰਦੀ ਹੈ ਉਹਨੂੰ 50 ਲੱਖ ਰੁਪਈਆ ਦਿੱਤਾ ਜਾਊਗਾ। ਔਰ ਮੈਂ ਇਹ ਕੈਬਨਿਟ ਦਾ ਫੈਸਲਾ ਸੀ ਨਾ, ਇਹ ਕੈਬਨਿਟ ਦਾ ਹੀ ਹਿੱਸਾ ਨੇ ਮੰਤਰੀ ਸਾਹਿਬ। ਯਾਰ ਤੁਸੀਂ ਵੇਖੋ ਅੱਜ ਤੱਕ 2 ਡੈਥਾਂ ਹੋਈਆਂ ਨੇ ਔਰ ਉਹਨਾਂ 2 ਡੈਥਾਂ 'ਚ ਅੱਜ ਤੱਕ ਸਰਕਾਰੀ ਰੱਬ ਕਰੇ ਕੋਈ ਕਿਸੇ ਦੀ ਡੈਥ ਨਾ ਹੋਵੇ, ਮਗਰ ਅਸਲੀਅਤ ਕੀ ਹੈ? ਇੱਕ ਕਾਨੂੰਗੋ ਸਾਹਿਬ ਔਰ ਇੱਕ ਅਨਿਲ ਕੋਹਲੀ ਜੀ, ਜਿਨ੍ਹਾਂ ਨੂੰ ਸਰਕਾਰ ਨੇ ਪੈਸੇ ਦਿੱਤੇ ਆ, ਪੰਜਾਬ ਸਰਕਾਰ ਨੇ ਜ਼ਰੂਰ ਦਿੱਤੇ ਆ, ਮਗਰ ਦਿੱਤੇ ਕਿੱਥੋਂ? ਕਿਉਂਕਿ ਪ੍ਰਧਾਨ ਮੰਤਰੀ ਆ, ਮੈਂ ਚਿੱਠੀ ਪੜ੍ਹਨ ਲੱਗਿਆ, ਇੱਕ ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ ਹੈ, ਇੰਸ਼ੋਰੈਂਸ ਸਕੀਮ ਫॉर ਹੈਲਥ ਵਰਕਰਸ। ਸਾਰੇ ਸਟੇਟਾਂ ਨੂੰ, ਸਾਰੀਆਂ ਯੂਨੀਅਨ ਟੈਰੀਟਰੀਜ਼ ਨੂੰ ਕਹਿਤਾ ਕਿ ਗਵਰਨਮੈਂਟ ਇਹ ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ ਇੰਸ਼ੋਰੈਂਸ ਸਕੀਮ फॉर हेल्थ वर्कर्स फाइटिंग कोविड-19 जिस स्पष्ट किया गया है कि थोड़े खजाने च कोई बोझ नहीं पऊगा। गवर्नमेंट ऑफ इंडिया 50-50 लाख रुपया देगी, तो जदों दे रही है फिर थोनू किसी इंश्योरेंस कंपनी नूं लियाउण दी की लोड़ पैगी। तो जद थोड़ा आप दे मुख मंत्री साहब कह रहे कि डैथ रेशो बड़ी घट है और जिस दिन ये स्कीम जारी की उस दिन तो हालात इस तो बेहतर सी, अपनी डैथ रेट तो 1.5% सी। फिर तुसी खजाने की लुट नूं क्यों कीता जब पैसे ऑलरेडी गवर्नमेंट ऑफ इंडिया दे रही है? इंश्योरेंस का मैं तुहानूं पॉलिसी का कवर दस दिया, कमाल का ही है। वैसे वो कहता बंदा मरू तो कुछ मिलू नहीं तो कख नहीं मिलू। कहते जे इलाज होके बच गया कहते फिर नहीं कुछ मिलू, फिर खर्चा वो सिर का। तो कहता जे वो डैथ हो गई कोमॉर्बिडिटीज़ करके कि होर मतलब जे किसी को ब्लड प्रेशर है या शुगर है फिर भी कख नहीं मिलू। ये नवा ही और वड्डी गल मैं तुहानूं दस दियां, ये जिहड़ा प्रोडक्ट इस इंश्योरेंस कंपनी ने दिता है, पहलां तां इहदा लभ लिओ, जिवें तुसीं गल कीती न्यू इंडिया दा, यूनाइटेड इंडिया दा, चप्पे चप्पे ते मिल जू ना, इहदा दफ्तर लभ लिओ पहलां। दूजी गल, ये प्रोडक्ट ही नहीं अप्रूवड, IRDA वालों ये प्रोडक्ट ही नहीं अप्रूवड, क्योंकि सिंगल टेंडर दियां धज्जियां उड़ाईयां गईयां ने उस कानून दियां, उस एक्ट दियां। ये रूल की कहता है? क्लीयरली कहता है कि ये कवर होर कोई नहीं दे सकता, इक्को ही कंपनी है जिहड़ी दे सकती है। फिर तुसी खोलो नहीं तो नहीं खोलो। ये ऑर्डर है जी, ये रीप्रोड्यूस एज इट इज इन्हां दे अफसर लिख रहे, इन्होंने कमेटी बनाई जी और कमेटी ने साफ सिफारिशां कीतियां कि सिंगल बिड है, ਆਪਾਂ ਨੂੰ ਇਹ ਸਿੰਗਲ ਬਿਡ नहीं खोलनी चाहिए। यही ऑर्डर है गवर्नमेंट ऑफ इंडिया दे, यही पंजाब सरकार दे ऑर्डर है और यही CM साहब नूं भेजे गए हैं। आप ऑर्डर ते रीप्रोड्यूस होया है। कमेटी ने कहा कि ये सिंगल बिड है,
ਵੱਡੀ ਇੰਸ਼ੋਰੈਂਸ ਦੀਆਂ ਕੰਪਨੀਆਂ ਦੇ ਇਹਦੇ 'ਚ ਕੋਈ ਰੇਟ ਆਏ ਨਹੀਂ। ਜੇ ਆਏ ਆ ਹਲੇ ਇਹ ਖੋਲ੍ਹਣੀ ਬਣਦੀ ਨਹੀਂ, ਮਗਰ ਮੰਤਰੀ ਸਾਹਿਬ ਨੂੰ ਪਤਾ ਨਹੀਂ ਕੀ ਕਾਲੀ ਸੀ, ਕਿਹਦੇ ਨਾਲ ਲੈਣ ਦੇਣ ਕੀ ਹੋਇਆ ਸੀ। ਇਹ ਤਾਂ ਇਹਨਾਂ ਨੂੰ ਫੜ ਕੇ ਇਹਨਾਂ ਦੀ ਕਸਟੋਡੀਅਲ ਇੰਟਰੋਗੇਸ਼ਨ ਹੋਊਗੀ ਤੇ ਮਾੜੀ ਮੋਟਾ ਪਿਆਰ ਕੋਈ ਪੁਲਿਸ ਵਾਲਾ ਇਹਨਾਂ ਨੂੰ ਦਊਗਾ ਤੇ ਫਿਰ ਤਾਂ ਪਤਾ ਲੱਗੂ, ਨਹੀਂ ਤਾਂ ਕੁਛ ਨਹੀਂ ਪਤਾ ਲੱਗੂ। ਖਜ਼ਾਨੇ ਦੀ ਲੁੱਟ ਜਾਰੀ ਹੋ। ਨਾ ਸੁਣਿਆ ਗੋ ਡਿਜਿਟ ਦਾ ਇੰਸ਼ੋਰੈਂਸ ਕੰਪਨੀ, ਤੁਸੀਂ ਸਾਰੇ ਇੰਸ਼ੋਰੈਂਸ ਕਰਾਉਂਦੇ ਹੀ ਹੋਣੇ, ਕਿਸੇ ਨੇ ਕਰਾਈ ਜੀ ਗੋ ਡਿਜਿਟ ਤੋਂ ਇੰਸ਼ੋਰੈਂਸ? ਦੱਸੋ, ਕਮਾਲ ਹੋ ਗਈ। ਜਿਹੜੀ ਸਭ ਤੋਂ ਵੱਡੀਆਂ ਕੰਪਨੀਆਂ ਨੇ, ਨਿਊ ਇੰਡੀਆ, ਯੂਨਾਈਟਿਡ ਇੰਡੀਆ ਇੰਸ਼ੋਰੈਂਸ, ਨੈਸ਼ਨਲ ਇੰਸ਼ੋਰੈਂਸ ਕੰਪਨੀ, ਜਿਹੜੀ ਪਬਲਿਕ ਸੈਕਟਰ ਇੰਸ਼ੋਰੈਂਸ ਕੰਪਨੀਆਂ ਨੇ ਸਭ ਤੋਂ ਮੰਨੀਆਂ ਪਰਮੰਨੀਆਂ ਨੇ, 70 ਸਾਲ 100 ਸਾਲ ਹੋ ਗਏ ਕੰਮ ਕਰਦਿਆਂ ਨੂੰ, ਉਹ ਇੱਕ ਵੀ ਨਹੀਂ। ਜਿਹੜੀ ਪ੍ਰਾਈਵੇਟ ਅਦਾਰੇ 'ਚ ਵੱਡਾ ਕੰਮ ਕਰਦੀਆਂ ਨੇ, ਚਾਹੇ ICICI ਲੋਂਬਾਰਡ ਹੈ, ਜਨਰਲ ਇੰਸ਼ੋਰੈਂਸ ਹੈ, ਬਜਾਜ ਅਲਾਇੰਸ ਹੈ, HDFC ਹੈ, ਸਟਾਰ ਹੈਲਥ ਹੈ, ਕੋਈ ਨਹੀਂ। ਇਹ ਤਾਂ ਲੱਭਣਾ ਪੈਣਾ, ਇਹ ਤੇ ਸੁੱਖੀ ਦੀ ਜੇਬ 'ਚ ਲੱਭੂ। ਇਹ ਸਮਝੋ ਇਹ ਲੱਖੀ ਕਬੂਤਰ ਵਰਗਾ ਹੀ ਕੇਸ ਜਾਪਦਾ ਮੈਨੂੰ। ਇਸ ਲਈ ਇਹ ਸੁੱਖੀ ਰੰਧਾਵੇ ਨੂੰ ਕੈਪਟਨ ਕੰਨੋਂ ਫੜ ਕੇ ਪੁੱਠਾ ਲਮਕਾਵੇ ਤੇ ਫੇਰ ਤਾਂ ਕੁਝ ਸੱਚ ਨਿਕਲੂ ਬਾਹਰ, ਨਹੀਂ ਤਾਂ ਕੋਈ ਸੱਚ ਨਹੀਂ ਲੱਗਣਾ। ਇਸੇ ਤਰ੍ਹਾਂ ਇੱਕ ਤੋਂ ਬਾਅਦ ਇੱਕ ਲੋਕਾਂ ਨੂੰ ਤਾਂ ਨਜ਼ਰਬੰਦ ਕੀਤਾ, ਬਾਹਰ ਨਾ ਨਿਕਲਿਓ, ਸੈਟਰਡੇ ਸੰਡੇ ਬੰਦ ਹੈ, ਤੁਹਾਨੂੰ ਕਰੋਨਾ ਚਿੰਬੜ ਜੂ। ਇਹ ਚਿੰਬੜਿਆ ਪੰਜਾਬ ਦੇ ਖਜ਼ਾਨੇ ਨੂੰ ਲੁੱਟਣ ਨੂੰ, ਇਹਨਾਂ ਨੂੰ ਕਿਸੇ ਚੀਜ਼ ਤੋਂ ਡਰ ਕੋਈ ਨਹੀਂ। ਇਸ ਲਈ ਮੇਰੇ ਵੀਰੋ, ਮੈਂ ਤਾਂ ਤੁਹਾਡੇ ਕੋਲੇ ਫੈਕਟਸ ਲੈ ਕੇ ਆਇਆ ਕਿ ਸਿੰਗਲ ਟੈਂਡਰ ਦੀ ਧੱਜੀਆਂ ਉਡਾਉਣੀਆਂ, ਹਰ ਲੇਡ ਆਊਟ ਨੋਰਮਸ ਦੀਆਂ ਧੱਜੀਆਂ ਉਡਾਉਣੀਆਂ, ਕਿਸੇ ਵਜ਼ੀਰ ਕੋਲੇ ਅਧਿਕਾਰ ਨਹੀਂ, ਨਾਲ ਦੀ ਨਾਲ ਪਰਚਾ ਦਰਜ ਹੋਵੇ, ਇਹ ਪੈਸੇ ਖਜ਼ਾਨੇ ਦੇ ਰਿਕਵਰ ਹੋਣ, ਨਹੀਂ ਤਾਂ ਸਰਕਾਰ ਹੀ ਆਪ ਹੀ ਖਜ਼ਾਨੇ ਨੂੰ ਲੁਟਾਉਣ ਲਈ ਹੋਈ ਹੈ ਔਰ ਲੋਕਾਂ ਨਾਲ ਇਹਨਾਂ ਨੂੰ ਕੋਈ ਹਮਦਰਦੀ ਨਹੀਂ ਰਹੇਗੀ।